ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਰਿਦਮ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ। ਚੰਡੀਗੜ੍ਹ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਹੋਇਆ ਆਯੋਜਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ। दिल्ली एमसीडी चोणां दी वोटिंग होई खत्म। ईवीएम च कैद होई 1349 उम्मीदवारां दी किस्मत। एशिया जूनियर चैंपियनशिप अंडर 17 महिला सिंगल दे फाइनल च पुजी उन्नति हुड्डा। फाइनल च पुजन वाली बनी पहली भारतीय खिडारन। ਤੇ ਹੁਣ ਖਬਰਾਂ ਵਿਸਥਾਰ ਨਾਲ। ਅੱਜ ਚੰਡੀਗੜ੍ਹ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਰੋਹ 'ਚ ਸ਼ਿਰਕਤ ਕੀਤੀ। ਇਸ ਮੌਕੇ ਫੌਜ ਦੇ ਕਈ ਅਧਿਕਾਰੀ ਵੀ ਸਮਾਰੋਹ 'ਚ ਮੌਜੂਦ ਰਹੇ। ਮੰਚ ਤੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੇਸ਼ ਦੀ ਰੱਖਿਆ ਕਰਨ ਵਾਲਿਆਂ ਨੂੰ ਮੈਂ ਸਲਾਮ ਕਰਦਾ। ਉਹਨਾਂ ਦੱਸਿਆ ਕਿ ਪੰਜਾਬ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਆਰਥਿਕ ਮਦਦ ਦਿੱਤੀ ਜਾਂਦੀ ਹੈ। इस मौके मुख मंत्री वालों 3 किताबां भी रिलीज़ कीतियां गईयां। लैफ्टिनेंट जनरल शेरगिल ने समागम 'ਚ शिरकत करन लई मुख मंत्री मान दा धन्नवाद कीता ते उन्हां नूं दस्सिया कि फैसटीवल दी शुरुआत 2017 ਤੋਂ ਹੋਈ ਸੀ। उन्हां इस फैसटीवल नूं पंजाब दे हर शहर 'ਚ ਲੈ ਕੇ ਜਾਣ ਦੀ ਜ਼ਰੂਰਤ ਬਾਰੇ ਵੀ ਗੱਲ ਕੀਤੀ। ਜਿਹੜੀ ਡੈਡੀਕੇਸ਼ਨ ਜੋ ਮਿਲਟਰੀ ਦੀ ਹੈ, ਮੈਂ ਸੈਲੂਟ ਕਰਦਾ ਹਾਂ ਉਸ ਡੈਡੀਕੇਸ਼ਨ ਦੇ ਜਿਹੜੇ ਜਜ਼ਬੇ ਨੂੰ ਕਿ ਤੁਸੀਂ ਦੇਸ਼ ਲਈ ਆਜ਼ਾਦੀ ਮਿਲ ਗਈ, 75 ਸਾਲ ਹੋ ਗਏ, ਪਰ ਆਜ਼ਾਦੀ ਨੂੰ ਕਾਇਮ ਰੱਖਣਾ ਵੀ ਬਹੁਤ ਜ਼ਰੂਰੀ ਹੈ ਨਾ। ਬਹੁਤ ਸਾਰੇ ਮੁਲਕ ਇਹੋ ਜਿਹੇ ਨੇ ਆਜ਼ਾਦੀ ਮਿਲ ਗਈ ਬਾਅਦ ਚ ਫੇਰ ਗੁਲਾਮ ਹੋ ਗਏ। ਈਵਨ ਆਪਣੇ ਗੁਆਂਢੀ ਦੇਖ ਲਓ, ਇਕੱਠੇ ਹੀ ਆਜ਼ਾਦ ਹੋਏ ਸੀ, ਕਦੇ ਵੀ ਡੈਮੋਕ੍ਰੇਸੀ ਨਹੀਂ ਰਹੀ ਉੱਥੇ, ਬਟ ਸਾਡੇ ਡੈਮੋਕ੍ਰੇਸੀ ਰਹੀ, ਸਾਡੇ ਇੰਸਟੀਟਿਊਸ਼ਨ ਜਿਹੜੇ ਨੇ ਡੈਮੋਕ੍ਰੈਟਿਕ ਉਹ ਕਾਇਮ ਰਹਿਣ। ਬਿਗੇਸਟ ਡੈਮੋਕ੍ਰੇਸੀ ਆਫ ਦਾ ਵਰਲਡ ਅਸੀਂ ਤਾਈਓ ਕਹਿੰਦੇ ਹਾਂ। ਜੇ ਬਿਗੇਸਟ ਡੈਮੋਕ੍ਰੇਸੀ ਆਫ ਦਾ ਵਰਲਡ ਹੈਗੀ ਹੈ, ਤਾਈਓ ਮੇਰੇ ਵਰਗੇ ਮਹਿੰਦਰ ਮਾਸਟਰ ਦੇ ਮੁੰਡੇ ਆਮ ਘਰ ਚ ਉੱਠ ਕੇ, ਜਿਹਦੇ ਦਾਦਾ ਕਦੇ ਸਰਪੰਚੀ ਦੀ ਵੀ ਨਹੀਂ ਚੋਣ ਲੜਿਆ, ਮੁੱਖ ਮੰਤਰੀ ਬਣੇ ਬੈਠੇ ਨੇ। ਐਂਡ ਡੈਮੋਕ੍ਰੇਸੀ ਤੁਹਾਡੇ ਕਰਕੇ ਬਚੀ ਹੈ। ਤੁਸੀਂ ਜਿਸ ਵੇਲੇ ਅਸੀਂ ਏਸੀ ਲਾ ਕੇ ਬੱਚਿਆਂ ਨਾਲ ਪਏ ਹੁੰਦੇ ਹਾਂ, ਤੁਸੀਂ ਜੈਸਲਮੇਰ ਦੇ ਟਿੱਬਿਆਂ ਦੇ ਵਿੱਚ +50 ਡਿਗਰੀ 'ਚ ਕੰਮ ਕਰ ਰਹੇ ਹੁੰਦੇ ਹੋ। ਜਿਸ ਵੇਲੇ ਅਸੀਂ ਹੀਟਰ ਲਾ ਕੇ ਆਪਣੇ ਬੱਚਿਆਂ ਨਾਲ ਸੁੱਤੇ ਪਏ ਹੁੰਦੇ ਹਾਂ, ਉਸ ਵੇਲੇ ਤੁਸੀਂ ਕਾਰਗਿਲ ਦੇ ਵਿੱਚ -40 ਡਿਗਰੀ 'ਚ ਕੰਮ ਕਰ ਰਹੇ ਹੁੰਦੇ ਹੋ। ਤੁਹਾਡੇ ਤਾਂ ਕੋਈ ਕੀਮਤ ਹੀ ਨਹੀਂ ਪਾਈ ਜਾ ਸਕਦੀ ਇਸ ਗੱਲ ਦੀ ਕਿ ਤੁਹਾਡੀ ਕੀਮਤ ਕੀ ਹੈ। ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ। दिल्ली नगर निगम के सारे 250 वार्डां लई अज वोटां पईआं। इस चोणां 'च आम आदमी पार्टी, भाजपा ते कांग्रेस विचाले त्रिकोणा मुकाबला है। कुल 1349 उम्मीदवार चोण मैदान 'च ने, जिन्हां दी किस्मत ईवीएम मशीन 'च बंद हो गई है। फिलहाल शाम 4 बजे तक वोट फीसदी साफ हो सकिया है। 4 बजे तक 45% वोटिंग दर्ज की गई है। साल 2017 दियां पिछलियां नगर निगम चोणां 'च 53% वोटां पईआं सन। राज चोण कमीशन के एक अधिकारी ने कहा है कि सारे वार्डां ते वोटिंग शांतिपूर्वक हुई। 250 वार्डां लई 13,638 पोलिंग स्टेशन बनाए गए सन। भारत की उभरती हुई बैडमिंटन खिडारी उन्नति हुड्डा ने बैडमिंटन एशिया जूनियर चैंपियनशिप के अंडर 17 सिंगल्स महिला मुकाबले के सैमीफाइनल च जापान की मियोन युकुची नूं सिद्धियां गेमां च 21-8, 21-17 नाल हराया। इस तरह वो अंडर 17 सिंगल्स महिला वर्ग के फाइनल च पहुंचने वाली पहली भारतीय खिडारन भी बन गई है। थाईलैंड के नोथाबुरी च खेडी जा रही चैंपीयनशिप के फाइनल च उन्नति का सामना स्थानक खिडारन स्नोरक विटीडसन नाल होवेगा। पंजाब एंड सिंध बैंक रजिंदर पैलेस नवी दिल्ली वालों धन श्री गुरु नानक देव जी के प्रकाश पुरब की खुशी च कीर्तन समागम बड़ी श्रद्धा पूर्वक मनाया गया। इस मौके रागी साहबाना वालों बैंक स्टाफ ते आईयां हुईयां संगतां नूं कीर्तन सरवण करवाया गया। इस मौके बैंक के चेयरमैन डॉक्टर चरण सिंह, श्री स्वरूप सिंह साहा, MD ते CEO भी मौजूद रहे, जिन्होंने सरबत दे भले दी कामना की। दिल्ली ਦੀਆਂ नगर निगम ਦੀਆਂ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਕਾਫੀ ਗਰਮਾਇਆ ਹੋਇਆ ਹੈ। ਅੱਜ ਦਿੱਲੀ ਵਿਖੇ ਨਗਰ ਨਿਗਮ ਦੀਆਂ ਚੋਣਾਂ ਹੋਈਆਂ, ਜਿਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ
ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜੀ ਬਲਾਕ ਕਾਲਕਾ ਜੀ ਵਾਰਡ ਨੰਬਰ 175 ਵਿਖੇ ਆਪਣੀ ਵੋਟ ਪਾਉਣ ਲਈ ਪਹੁੰਚੇ। ਸੁਨੱਖੀ ਪੰਜਾਬਣ ਡਾਕਟਰ ਅਵਨੀਤ ਕੌਰ ਭਾਟੀਆ ਵੱਲੋਂ ਪਿਛਲੇ 4 ਸਾਲਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਦਿੱਲੀ 'ਚ ਸਥਿਤ ਪਹਿਲਾ ਸੂਰਤ ਤੇ ਸੀਰਤ ਦਾ ਮੁਕਾਬਲਾ ਹੈ ਜੋ ਪੰਜਾਬੀ ਔਰਤਾਂ ਦੀ ਪ੍ਰਤਿਭਾ ਨੂੰ ਉਜਾਗਰ ਕਰਦਾ ਹੈ। ਸੁਨੱਖੀ ਪੰਜਾਬਣ ਸੀਜ਼ਨ 4 ਦਾ ਗ੍ਰੈਂਡ ਫਾਈਨਲ 3 ਦਸੰਬਰ ਨੂੰ ਭਾਰਤੀ ਵਿਦਿਆਪੀਠ ਇੰਸਟੀਚਿਊਟ ਆਫ ਕੰਪਿਊਟਰ ਐਪਲੀਕੇਸ਼ਨ ਮੈਨੇਜਮੈਂਟ ਪश्चिम ਵਿਹਾਰ ਵਿਖੇ ਹੋਇਆ, ਜਿਸ ਮੌਕੇ ਮਾਨਯੋਗ ਜੱਜ ਮੀਸ਼ਾ ਸਰੋਵਾਲ, ਐਸ਼ਲੀ ਕੌਰ ਭੰਗੜਾ ਕੁਈਨ, ਨਵਪ੍ਰੀਤ ਗਿੱਲ ਅਭਿਨੇਤਰੀ, ਇੰਦਰਜੀਤ ਕੌਰ ਸਮਾਜ ਸੇਵੀ, ਪ੍ਰਕਾਸ਼ ਸਿੰਘ ਗਿੱਲ ਪੰਜਾਬੀ ਹੈਲਪਲਾਈਨ ਤੋਂ ਅਤੇ ਜੇਤੂ ਮਥਾਰੂ ਸਟੈਂਡ ਅਪ ਹੋਰਾਂ ਨੇ ਆਪਣੀ ਸੂਝ-ਬੂਝ ਤੇ ਅਨੁਭਵ ਦੇ ਆਧਾਰ ਤੇ 20 ਪ੍ਰਤੀਯੋਗਿਤਾਵਾਂ ਵਿੱਚੋਂ ਸੁਨੱਖੀ ਪੰਜਾਬਣ ਸੀਜ਼ਨ 4 ਦੀ ਜੇਤੂ ਚੁਣੀ। ਸੁਨੱਖੀ ਪੰਜਾਬਣ ਸੀਜ਼ਨ 4 ਦੀਆਂ 3 ਜੇਤੂ ਹੋਈਆਂ, ਜਿਨ੍ਹਾਂ 'ਚ ਗੁਰਜੀਤ ਕੌਰ ਦੂਜੇ ਸਥਾਨ ਤੇ, ਅਰਸ਼ਪ੍ਰੀਤ ਕੌਰ ਤੀਜੇ ਸਥਾਨ ਤੇ ਹਰਸ਼ਦੀਪ ਕੌਰ ਨੇ ਪਹਿਲਾ ਸਥਾਨ ਦਾ ਖਿਤਾਬ ਜਿੱਤਿਆ। ਤਿੰਨੋਂ ਜੇਤੂਆਂ ਨੂੰ ਸੋਨੇ ਦੇ ਸੱਗੀ ਫੁੱਲ ਨਾਲ ਨਵਾਜਿਆ ਗਿਆ। ਇਸ ਮੌਕੇ ਡਾਕਟਰ ਅਵਨੀਤ ਕੌਰ ਭਾਟੀਆ ਨੇ ਦੱਸਿਆ ਕਿ ਇਸ ਸ਼ੋਅ ਰਾਹੀਂ ਸਾਡਾ ਉਦੇਸ਼ ਸਾਡੀ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਦੇ ਵਿਰਸੇ ਨੂੰ ਪ੍ਰਫੁੱਲਤ ਕਰਨਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਡਾਕਟਰ ਅਵਨੀਤ ਕੌਰ ਭਾਟੀਆ ਤੇ ਸੂਰਤ ਅਤੇ ਸੀਰਤ ਦਾ ਪਹਿਲਾ ਇਹ ਮੁਕਾਬਲਾ ਸੁਨੱਖੀ ਪੰਜਾਬਣ ਸੀਜ਼ਨ 4 ਇਹ ਜੋ ਹੈ ਮੁਕੰਮਲ ਹੋਇਆ ਜੀ ਦਿੱਲੀ 'ਚ। ਖਾਸ ਤੌਰ ਤੇ ਖੂਬਸੂਰਤ ਇਹ ਪੰਜਾਬਣਾਂ ਨੇ ਇਸ ਮੰਚ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਸੰਜਾਇਆ ਹੈ। ਮਾਂ ਬੋਲੀ ਪੰਜਾਬੀ ਊੜਾ ਆੜਾ ਸੁਣਾ ਕੇ ਔਰ ਆਪਣੇ ਸੱਭਿਆਚਾਰ ਬੋਲੀਆਂ ਪਾ ਕੇ ਲੋਕ ਨਾਚ ਮਾਂ ਧੀ ਦਾ ਪਿਆਰ ਦਿਖਾ ਕੇ ਇਸ ਮੰਚ ਨੂੰ ਖੂਬਸੂਰਤ ਬਣਾਇਆ। ਦਿੱਲੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਖਾਸ ਤੌਰ ਤੇ ਧੰਨਵਾਦ ਚੜ੍ਹਦੀ ਕਲਾ ਟਾਈਮ ਟੀਵੀ ਦਾ, ਡਾਕਟਰ ਇੰਦਰਪ੍ਰੀਤ ਕੌਰ ਦਰਦੀ ਜੀ ਦਾ, ਅੰਮ੍ਰਿਤਪਾਲ ਸਿੰਘ ਜੀ ਔਰ ਪੂਰੇ ਦਰਦੀ ਪਰਿਵਾਰ ਦਾ ਜੋ ਸਾਡੇ ਆਫੀਸ਼ੀਅਲ ਮੀਡੀਆ ਪਾਰਟਨਰ ਤੇ ਇਹ ਅਸੀਂ ਇੰਤਜ਼ਾਰ ਕਰਾਂਗੇ ਇਸ ਸ਼ੋਅ ਨੂੰ ਟੈਲੀਕਾਸਟ ਹੋਣ ਦਾ। ਰਾਈਟ, ਬਿਲਕੁਲ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਮ ਸੇਵਕ ਭਾਈ ਰੂਪ ਚੰਦ ਜੀ, ਜਿਨ੍ਹਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਦੀ ਪਦਵੀ ਨਾਲ ਨਵਾਜਿਆ ਸੀ ਤੇ ਭਾਈ ਰੂਪ ਚੰਦ ਜੀ ਨੇ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦ ਕਾਰਜ ਮਾਤਾ ਜੀਤੋ ਜੀ ਨਾਲ ਗੁਰੂ ਕੇ ਲਾਹੌਰ ਵਿਖੇ ਕਰਵਾਏ ਸਨ। ਇਸ ਲੜੀ ਤਹਿਤ ਪਹਿਲਾ ਵਿਆਹ ਪੁਰਬ 23, 24, 25 ਤੇ 26 ਜਨਵਰੀ ਨੂੰ ਦੇਸ਼ ਵਿਦੇਸ਼ ਤੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਭਾਈ ਰੂਪਾ ਬਠਿੰਡਾ ਵਿਖੇ ਭਾਈ ਰੂਪ ਚੰਦ ਦੀਵਾਨ ਹਾਲ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇसी संबंध च बख्शीशा भाई रूप चंद जी वंश चों भाई बलबीर सिंह जी ते सेवा सोसाइटी के मैंबरां वल्लों चढ़दी कला टाइम टीवी के दफ्तर विखे शिरकत की गई ते अदारा चढ़दी कला के संपादक पद्म श्री सरदार जगजीत सिंह दर्दी जी नूं इस विआह पुरब च हाज़र होकर गुरु घर की खुशियां प्राप्त करने की बेनती की गई। इस मौके सरदार गुरप्रताप सिंह जी भी मौजूद रहे। इस मौके सरदार जगजीत सिंह दर्दी जी वल्लों आईयां शख्सियतां दा धन्नवाद भी किया गया। मैनूं इस गल की खुशी है कि मीरी पीरी के मालक महाबली योधे 6वें पातशाह साहब श्री गुरु हरगोबिंद साहब जी के दरों घरों वरसाए हुए भाई रूप चंद जी के परिवार ने सतगुरु जी का पावन पवित्र विआह पुरब मनाउण का फैसला किया है। पहली बारी भाई रूपा विखे सतगुरु जी के आनंद कारज की खुशी में 23 जनवरी को महान नगर कीर्तन होगा, 24-25 जनवरी को दीवान सजनगे, 26 जनवरी को भारी अमृत संचार भी होगा। भाई रूप चंद जी जिन्हों ने गुरु हरगोबिंद साहब तो बख्शिशां प्राप्त कीतियां अते गुरु के लाहौर विखे दसम पातशाह का विआह कीता सी, वही भाई रूप चंद जी अते उन्हां दा परिवार उन्हां दीयां बख्शिशां जो सतगुरु जी ने उन्हां नूं दित्तियां सन संभाल के रखिया हन, संगतां नूं दर्शन करवाउंदे हन अते हुण भी विआह पुरब दे उत्ते वड्डी पੱਧਰ उत्ते जो मोड़ी गड्डी सी सतगुरु जी ने अते जिथे लंगर स्थान सी वो सारे पवित्र स्थान इन्हां ने संभाल के रखे हुए हैं। संगतां सतगुरु जी दीयां बख्शियां होईयां निशानियां अते इन्हां पवित्र वस्तां दे दर्शन करके अपना जन्म सफल करन अते विआह पुरब विच धूमधाम नाल दर्शन देण दी किरपालता करन। भाई बलबीर सिंह जी जो इस परिवार विचों अज चढ़दी कला टाइम टीवी उत्ते आए हैं, उन्होंने दस्सिया है कि सारे इलाके विच बहुत खुशी है अते सारे इलाके विच ही दीपमाला अते सजावट की जा रही है। संगतां बहुत श्रद्धा अते प्यार नाल इस विआह पुरब नूं मनाउण दी तैयारी कर रही हैं। असीं भी चढ़दी कला अदारा वल्लों बेनती करांगे कि संगतां हुम आ के इन्हां समागमां 'च दर्शन देण अते सतगुरु जी दीयां खुशियां प्राप्त करन। विरासत सिक्योरिटी सर्विस इंस्टीट्यूट वालों सालाना यादगारी समागम विरासत इंस्टीट्यूट विखे करवाया गया। इस मौके मुख्य मेहमान वजों हलका देहाती ते विधायक डॉक्टर बलबीर सिंह पुजे। उन्हां तो इलावा विरासत इंस्टीट्यूट के MD डॉक्टर बलदेव सिंह थिंद ने विधायक समेत पुज्जियां शख्सियतां नूं बुके पेट करके जी आया किया। इस मौके पुजे मुख्य मेहमान ते शख्सियतां नूं स्काउट ट्रेनिंग प्राप्त कर चुके विद्यार्थियों वालों
ਗਾਰਡ ਆਫ ਆਨਰ ਦਿੱਤਾ ਗਿਆ। ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਸਕਾਊਟ ਨੇ ਭੰਗੜੇ ਤੋਂ ਇਲਾਵਾ ਟ੍ਰੇਨਿੰਗ ਦੌਰਾਨ ਸਿਖਲਾਈ ਦੇ ਟ੍ਰਿਕ ਵੀ ਪੇਸ਼ ਕੀਤੇ ਗਏ ਅਤੇ ਤਾੜੀਆਂ ਵਜਾ ਕੇ ਸਾਰਿਆਂ ਨੇ ਸਕਾਊਟ ਦੀ ਹੌਸਲਾ ਅਫਜ਼ਾਈ ਵੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਡਾਕਟਰ ਬਲਬੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ ਤੇ ਵੱਖ-ਵੱਖ ਵਰਗਾਂ ਵਿੱਚ ਰੁਜ਼ਗਾਰ ਦੇ ਕੇ ਬੇਰੁਜ਼ਗਾਰੀ ਦਾ ਖਾਤਮਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਰਾਸਤ ਇੰਸਟੀਚਿਊਟ ਵੱਲੋਂ ਦਿੱਤੀ ਜਾ ਰਹੀ ਸਿਖਲਾਈ ਕਾਫੀ ਕਾਬਿਲੇ ਤਾਰੀਫ ਹੈ ਤੇ ਜੇ ਨੌਜਵਾਨ ਵਿਰਾਸਤ ਇੰਸਟੀਚਿਊਟ ਤੋਂ ਸਿਖਲਾਈ ਪ੍ਰਾਪਤ ਕਰਦੇ ਨੇ ਤਾਂ ਉਹਨਾਂ ਨੂੰ ਹਰ ਫੀਲਡ ਵਿੱਚ ਰੁਜ਼ਗਾਰ ਵੀ ਮੁਹੱਈਆ ਹੋਵੇਗਾ। ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਨੇਕ ਕੰਮ ਕਰ ਰਹੇ ਆ, ਕਿਉਂਕਿ ਜਿਹੜੀ ਸਭ ਤੋਂ ਵੱਡੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਉਹ ਹੈਗਾ ਸੇਫਟੀ ਐਂਡ ਸਿਕਿਉਰਿਟੀ ਆਫ ਇਟਸ ਸਿਟੀਜ਼ਨਸ, ਜਿਹਦੇ ਵਿੱਚ ਕਿ ਬਹੁਤ ਵੱਡਾ ਯੋਗਦਾਨ ਪਾ ਰਹੇ। ਔਰ ਜਿੱਦਾਂ ਮੈਨੂੰ ਉਹਨਾਂ ਨੇ ਦੱਸਿਆ ਕਿ 1 ਕਰੋੜ ਬੰਦੇ ਜਿਹੜੇ ਹੈਗੇ ਆ ਉਹ ਸਾਰੇ ਜਿੰਨੀਆਂ ਵੀ 25,000 ਏਜੰਸੀਜ਼ ਨੇ ਅਪਲਾਈ ਕੀਤੇ ਹੋਏ ਆ। ਸੋ ਮੈਂ ਤਾਂ ਕਹੂੰਗਾ ਕਿ ਜਿਹੜੀ ਸਭ ਤੋਂ ਵੱਡੀ ਜਿਹੜੀ ਮਤਲਬ ਕੋਈ ਰੁਜ਼ਗਾਰ ਦੇਣ ਵਾਲੀ ਸੰਸਥਾ ਹੈਗੀ ਆ ਉਹ ਪ੍ਰਾਈਵੇਟ ਸਿਕਿਉਰਿਟੀ ਗਾਰਡਸ ਹੈ। ਔਰ ਜੇ ਮੈਂ ਕਹਿੰਦਾ ਦੇਸ਼ ਦੀ ਸੇਵਾ ਸਭ ਤੋਂ ਵੱਡੀ ਕੋਈ ਸੇਵਾ ਕਰਦਾ ਤਾਂ ਸਿਕਿਉਰਿਟੀ ਗਾਰਡ ਕਰਦੇ ਆ, ਚਾਹੇ ਉਹ ਬਾਰਡਰ ਤੇ ਸਾਡੇ ਫੌਜੀ ਹੋਣ ਜਾਂ ਸਾਡੀ ਪੁਲਿਸ ਹੋਵੇ ਜਾਂ ਦੂਜੇ ਫੋਰਸਸ ਹੋਣ। ਔਰ ਖਾਸ ਕਰਕੇ ਜਿਹੜੇ ਆਪਣੇ ਗਵਰਨਮੈਂਟ ਦੀਆਂ ਜਾਂ ਕੋਈ ਮਿਲਟਰੀ ਫੋਰਸਸ 'ਚ ਹੁੰਦੇ ਉਹਨਾਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਮਿਲਦੀਆਂ ਤੇ ਜਿਹੜੇ ਪ੍ਰਾਈਵੇਟ ਸਿਕਿਉਰਿਟੀ ਆ ਇਹਨਾਂ ਵਾਸਤੇ, ਕਿਉਂਕਿ ਇਹਨਾਂ ਦੀ ਜੌਬ ਇਸ ਤਰ੍ਹਾਂ ਦੀ ਆ ਕਿ ਚਾਹੇ ਇਹ ਕਿਸੇ ਬੈਂਕ ਦੇ ਵਿੱਚ ਹੋਣ ਜਾਂ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਹੋਣ, ਬਹੁਤ ਸਾਰੀਆਂ ਸੰਸਥਾ ਇੰਡਸਟਰੀ ਦੇ ਵਿੱਚ ਹੋਣ, ਤੇ ਜਦੋਂ ਵੀ ਕੋਈ ਉੱਥੇ ਕੋਈ ਅਣਸੁਖਾਵੀ ਘਟਨਾ ਹੁੰਦੀ ਆ ਤੇ ਇਹਨਾਂ ਨੂੰ ਬੱਚਿਆਂ ਨੂੰ ਆਪਣੀ ਜਿਹੜੀ ਜ਼ਿੰਦਗੀ ਆ ਉਹ ਦਾਅ ਤੇ ਲਾਉਣੀ ਪੈਂਦੀ ਆ। ਸੋ ਮੈਂ ਇਹਨਾਂ ਨਾਲ ਅੱਜ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਜੀ ਇਹਨਾਂ ਦੀ ਜਿਹੜੀ, ਤਾਂ ਕਿ ਇਹਨਾਂ ਵਾਸਤੇ ਵੀ ਜਿਹੜਾ ਹੈਗਾ ਕੋਈ ਇਹਨਾਂ ਦੇ ਪਰਿਵਾਰਾਂ ਵਾਸਤੇ ਵੀ ਕੋਈ ਸੇਫਟੀ ਸਿਕਿਉਰਿਟੀ ਦਾ ਕੋਈ ਵੈਲਫੇਅਰ ਦਾ ਮੈਕੈਨਿਜ਼ਮ ਹੋਵੇ। ਅਸੀਂ ਇਹਨਾਂ ਨੂੰ ਮੈਡੀਕਲ ਸਹੂਲਤਾਂ ਤਾਂ ਦੇਵਾਂਗੇ ਹੀ ਦੇਵਾਂਗੇ, ਇਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਵੀ ਦੇਵਾਂਗੇ। ਅਸੀਂ ਮਿਲ ਕੇ ਆਪਸ ਦੇ ਵਿੱਚ ਇਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ, ਤਾਂ ਕਿ ਜਿਹੜੇ ਬੰਦੇ ਇਹਦੇ 'ਚ ਆਉਂਦੇ ਆ, ਕਿਉਂਕਿ ਜੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਉਹਨੂੰ ਨਸ਼ਿਆਂ ਤੋਂ ਬਚਾਉਣਾ ਤਾਂ ਇਸ ਤੋਂ ਵਧੀਆ ਤਰੀਕਾ ਕੋਈ ਨਹੀਂ ਹੋ ਸਕਦਾ। ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਬਣੇ ਪਾਰਕ ਦੇ ਕੋਲ ਮਾਮੂਲੀ ਤਕਰਾਰ ਨੂੰ ਲੈ ਕੇ 35 ਸਾਲਾਂ ਦੇ ਦਵਿੰਦਰ ਸਿੰਘ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਛਾਤੀ ਦੇ ਵਿੱਚ ਬਰਫ਼ ਤੋੜਨ ਵਾਲਾ ਸੂਆ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਵਿਅਕਤੀ ਦਵਿੰਦਰ ਸਿੰਘ ਡਰਾਈਵਰ ਦਾ ਕੰਮ ਕਰਦਾ ਸੀ ਤੇ ਪਟਿਆਲਾ ਦੇ ਚੋਰੇ ਪਿੰਡ ਦਾ ਰਹਿਣ ਵਾਲਾ ਸੀ। ਮ੍ਰਿਤਕ ਦਵਿੰਦਰ ਸਿੰਘ ਦੇ ਵਿਆਹ ਨੂੰ ਹਾਲੇ 1 ਸਾਲ ਵੀ ਨਹੀਂ ਪੂਰਾ ਹੋਇਆ ਸੀ ਤੇ ਉਸ ਦੀ 2 ਮਹੀਨੇ ਦੀ ਬੱਚੀ ਵੀ ਹੈ। ਦਵਿੰਦਰ ਸਿੰਘ ਅੱਜ ਸਵੇਰੇ ਮਾਲ ਛੱਡ ਕੇ ਪਟਿਆਲਾ ਦੇ ਰੇਲਵੇ ਸਟੇਸ਼ਨ ਨਜ਼ਦੀਕ ਪੈਂਦੇ ਠੇਕੇ ਦੇ ਕੋਲ ਆਇਆ ਸੀ, ਜਿੱਥੇ ਉਸ ਦੇ ਨਾਲ ਉਸ ਦੇ 2 ਸਾਥੀ ਵੀ ਮੌਜੂਦ ਸਨ। ਜਿੱਥੇ ਕੁਝ ਵਿਅਕਤੀਆਂ ਦੇ ਨਾਲ ਦਵਿੰਦਰ ਸਿੰਘ ਦੀ ਕੁਝ ਤਕਰਾਰ ਹੋਈ ਤੇ ਵਿਅਕਤੀ ਦੀ ਤਰਫੋਂ ਗੁੱਸੇ 'ਚ ਆ ਕੇ ਬਰਫ਼ ਤੋੜਨ ਵਾਲੇ ਸੂਏ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਮੌਕੇ ਤੇ ਹੀ ਦਵਿੰਦਰ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਪੰਜਾਬੀ ਖਬਰਾਂ ਵਿੱਚ ਫਿਲਹਾਲ ਇੰਨਾ ਹੀ। ਹੋਰ ਖਬਰਾਂ ਦੇ ਨਾਲ ਜਲਦ ਹਾਜ਼ਰ ਹੋਵਾਂਗੇ, ਪਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਦੇ ਉੱਪਰ।